ਹੈਲੋ ਬੇਟੇ, ਆਪਾਂ ਹੁਣ ਅੱਜ ਕਰਨੀ ਹੈਗੀ ਹੈ ਇੰਟਰ ਹੈਲੋਜਨ ਕੰਪਾਊਂਡਸ। ਇਹਨਾਂ ਦੀ ਪ੍ਰੈਪਰੇਸ਼ਨ ਇੰਪੋਰਟੈਂਟ ਹੈ ਬੇਟੇ। ਜੇ ਆਪਾਂ ਇੰਟਰ ਹੈਲੋਜਨ ਕੰਪਾਊਂਡਸ ਕਿੱਦਾਂ ਤਿਆਰ ਕਰਾਂਗੇ, ਜਿਸ ਤਰ੍ਹਾਂ ਆਪਾਂ ਜਿਹੜਾ ਇੰਟਰ ਹੈਲੋਜਨ ਬਣਾਉਣਾ ਉਹਨਾਂ ਨੂੰ ਆਪਾਂ ਡਾਇਰੈਕਟਲੀ ਕੰਬਾਈਨ ਕਰ ਦਾਂਗੇ। ਜਿਸ ਤਰ੍ਹਾਂ ਜੇ ਆਪਾਂ ਬਣਾਉਣਾ ਹੈਗਾ ClF ਬਣਾਉਣਾ ਤਾਂ ਕਲੋਰੀਨ ਅਤੇ ਫਲੋਰੀਨ ਇਕੁਅਲ ਵੋਲੀਅਮ ਦੇ ਵਿੱਚ ਮਿਕਸ ਕਰਾਂਗੇ 437 ਕੈਲਵਿਨ ਟੈਂਪਰੇਚਰ 'ਤੇ, ਤਾਂ ਆਪਣੇ ਕੋਲ ClF ਬਣ ਜਾਏਗਾ। ਜੇ ਆਪਾਂ ਫਲੋਰੀਨ ਐਕਸੈਸ 'ਚ ਪਾ ਦਾਂਗੇ ਤਾਂ ClF3। ਠੀਕ ਹੈ, ਤਾਂ ਜਾਂ ਆਪਾਂ ਜਿਹੜਾ ਇੰਟਰ ਹੈਲੋਜਨ ਬਣ ਗਿਆ ਉਹਨੂੰ ਫਿਰ ਆਪਾਂ ਫਲੋਰੀਨ ਨਾਲ ਰਿਐਕਟ ਕਰ ਦਾਂਗੇ ਤਾਂ ਵੀ ClF3 ਬਣ ਜੂਗਾ। ਫਿਰ ਆਪਾਂ ਫਲੋਰੀਨ ਨਾਲ ਐਡ ਕਰ ਦਾਂਗੇ ਤਾਂ ClF5। ਤਾਂ ਇੱਦਾਂ ਹੀ ਆਪਣੇ ਕੋਲ ਇੰਟਰ ਹੈਲੋਜਨ ਕੰਪਾਊਂਡਸ ਜਿਹੜੇ ਆਪਾਂ ਤਿਆਰ ਕਰ ਸਕਦੇ ਹਾਂ। ਇਸੇ ਤਰ੍ਹਾਂ I2 + Cl2 ਨੂੰ ਮਿਲਾਵਾਂਗੇ ਤਾਂ ICl ਬਣ ਜਾਏਗਾ। I2 + Cl2 ਐਕਸੈਸ ਦੇ ਵਿੱਚ ਮਿਕਸ ਕਰਾਂਗੇ। ਤੁਸੀਂ ਮਤਲਬ ਬੈਲੈਂਸਿੰਗ ਵਗੈਰਾ ਰਿਐਕਸ਼ਨਸ ਕਰਕੇ ਦੇਖਣੀ ਹੈ। ਤਾਂ ਆਪਣੇ ਕੋਲ 2 ਮੋਲੀਕਿਊਲਸ ਆਫ ICl3 ਬਣ ਗਏ। ਓਕੇ, ਬ੍ਰੋਮੀਨ + ਫਲੋਰੀਨ ਇਕੁਇਮੋਲਰ ਤਾਂ BRF ਬਣ ਗਿਆ। ਬ੍ਰੋਮੀਨ + ਫਲੋਰੀਨ ਡਿਲੂਟਿਡ ਵਿਦ ਵਾਟਰ ਤਾਂ BRF3 ਬਣ ਗਿਆ। ਫਲੋਰੀਨ ਐਕਸੈਸ 'ਚ ਹੋ ਗਈ। ਬ੍ਰੋਮੀਨ + 5 ਫਲੋਰੀਨ ਹੋਰ ਐਕਸੈਸ 'ਚ ਹੋ ਗਈ ਤਾਂ BRF5 ਬਣ ਗਿਆ। ਠੀਕ ਹੈ, ਤਾਂ I2 + F2 ਐਕਸੈਸ ਦੇ ਵਿੱਚ 295 ਕੈਲਵਿਨ ਟੈਂਪਰੇਚਰ IF5। Cl2 + 5F2 ClF5 625 ਕੈਲਵਿਨ ਟੈਂਪਰੇਚਰ। ਠੀਕ ਹੈ, ਤਾਂ ਆਪਣੇ ਕੋਲ ਆਇਓਡੀਨ + 7 ਫਲੋਰੀਨ ਹੈ ਤਾਂ IF7 ਬਣ ਜਾਏਗਾ। ਇਸੇ ਤਰ੍ਹਾਂ ਲੋਅਰ ਜਿਹੜੇ ਹੁਣ ਡਾਇਰੈਕਟਲੀ ਕੰਬੀਨੇਸ਼ਨ ਨਾਲ ਵੀ ਬਣ ਸਕਦੇ ਆ, ਜਾਂ ਜਿਹੜੇ ਲੋਅਰ ਇੰਟਰ ਹੈਲੋਜਨ ਬਣ ਗਏ ਉਹ ਫਿਰ ਹੈਲੋਜਨਸ ਦੇ ਨਾਲ ਕੰਬਾਈਨ ਕਰਕੇ ਹਾਇਰ ਇੰਟਰ ਹੈਲੋਜਨਸ ਬਣਾਉਂਦੇ ਆ। ਜਿਸ ਤਰ੍ਹਾਂ ClF ਇੰਟਰ ਹੈਲੋਜਨ ਲੋਅਰ ਇੰਟਰ ਹੈਲੋਜਨ ਬਣ ਗਿਆ ਨਾ, ਉਹ ਫਲੋਰੀਨ ਨਾਲ ਰਿਐਕਟ ਕਰਕੇ ਕੀ ਬਣਾਊਗਾ, ਹਾਇਰ ਇੰਟਰ ਹੈਲੋਜਨ ClF3 ਬਣਾ ਦੂਗਾ। ClF3 + ਫਲੋਰੀਨ ਕੀ ਬਣਾ ਦੂਗਾ, ClF5 ਬਣਾ ਦੂਗਾ। IF5 + ਫਲੋਰੀਨ ਕੀ ਬਣਾ ਦੂਗਾ, IF7 ਬਣਾ ਦੂਗਾ। ਠੀਕ ਹੈ, ਤਾਂ ਇਹ ਨੈਕਸਟ ਆਪਣੇ ਕੋਲ ਆ ਗਿਆ। ਇੱਦਾਂ ਵੀ ਬਣਾ ਸਕਦੇ ਹਾਂ KBr + ਫਲੋਰੀਨ KF + BRF5। ਇੱਦਾਂ ਵੀ ਬਣ ਜੂਗਾ ਆਪਣੇ ਕੋਲ ਇੰਟਰ ਹੈਲੋਜਨ। Ki + 4 ਫਲੋਰੀਨ ਤਾਂ KF + ਕੀ ਬਣ ਜੂਗਾ, IF7 ਬਣ ਗਿਆ ਆਪਣੇ ਕੋਲ। ਤਾਂ ਇਹ ਆਪਣੇ ਕੋਲ ਆ ਗਈ ਇੰਟਰ ਹੈਲੋਜਨ ਕੰਪਾਊਂਡਸ ਦੀ ਪ੍ਰੈਪਰੇਸ਼ਨ। ਇਹ ਤੁਸੀਂ ਕਰਨੀ ਹੈ, ਇੰਪੋਰਟੈਂਟ ਹੈ। ਉਸ ਤੋਂ ਬਾਅਦ ਆਪਣੇ ਕੋਲ ਆ ਗਈਆਂ ਜਨਰਲ ਪ੍ਰੋਪਰਟੀਜ਼ ਆਫ ਇੰਟਰ ਹੈਲੋਜਨ ਕੰਪਾਊਂਡਸ। ਇਹ ਕਿੱਦਾਂ ਦੇ ਹੁੰਦੇ ਆ, ਇਹਨਾਂ ਦੀ ਨੇਚਰ ਪੋਲਰ ਹੁੰਦੀ ਹੈ। ਕਿਉਂ ਪੋਲਰ ਹੁੰਦੀ ਹੈ ਨੇਚਰ ਇਹਨਾਂ ਦੀ, ਕਿਉਂਕਿ ਜਿਹੜੇ ਇੰਟਰ ਹੈਲੋਜਨ ਕੰਪਾਊਂਡ ਸਪੋਜ਼ ਕਲੋਰੀਨ ਅਤੇ ਫਲੋਰੀਨ ਹੈ, ਤਾਂ ਕਲੋਰੀਨ ਦੀ ਇਲੈਕਟ੍ਰੋਨੈਗੇਟਿਵਿਟੀ ਘੱਟ ਹੈ, ਫਲੋਰੀਨ ਦੀ ਜ਼ਿਆਦਾ ਹੈ। ਇਸ ਕਰਕੇ ਸ਼ੇਡ ਪੇਅਰ ਆਫ ਇਲੈਕਟ੍ਰੋਨਸ ਕਿੱਧਰ ਨੂੰ ਅਟਰੈਕਟ ਹੋ ਜਾਏਗਾ, ਫਲੋਰੀਨ ਦੇ ਵੱਲ ਅਟਰੈਕਟ ਹੋ ਜਾਏਗਾ। ਡਿਊ ਟੂ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਦੇ ਹੈਵ ਪੋਲੈਰਿਟੀ। ਠੀਕ ਹੈ, ਇਹ ਇੰਟਰ ਹੈਲੋਜਨ ਕੰਪਾਊਂਡਸ ਜਿਹੜੇ ਆ ਉਹ ਆਮ ਤੌਰ 'ਤੇ ਕੀ ਹੁੰਦੇ ਆ, ਕੋਵਲੈਂਟ ਹੁੰਦੇ ਆ, ਡਾਇਆਮੈਗਨੈਟਿਕ ਹੁੰਦੇ ਆ, ਪੋਲਰ ਹੁੰਦੇ ਆ। ਪੋਲਰ ਕਿਉਂ ਹੁੰਦੇ ਆ, ਡਿਊ ਟੂ ਡਿਫਰੈਂਸ ਇਨ ਇਲੈਕਟ੍ਰੋਨੈਗੇਟਿਵਿਟੀ ਬਿਟਵੀਨ ਦਾ 2 ਹੈਲੋਜਨ ਐਟਮਸ। ਦਾ ਮੋਰ ਇਲੈਕਟ੍ਰੋਨੈਗੇਟਿਵ ਹੈਲੋਜਨ ਐਟਮ ਅਕਵਾਇਰਸ ਏ ਨੈਗੇਟਿਵ ਚਾਰਜ। ਜਿਸ ਤਰ੍ਹਾਂ ClF ਹੈ, F 'ਤੇ ਨੈਗੇਟਿਵ ਚਾਰਜ ਹੋਏਗਾ, Cl 'ਤੇ ਪੋਜ਼ੀਟਿਵ ਚਾਰਜ ਹੋਏਗਾ। ਉਸ ਤੋਂ ਬਾਅਦ ਆ ਗਈ ਆਪਣੇ ਕੋਲ ਫਿਜ਼ੀਕਲ ਸਟੇਟ। ਇੰਟਰ ਹੈਲੋਜਨ ਕੰਪਾਊਂਡਸ ਜਿਹੜੇ ਹੈਗੇ ਆ ਉਹ ਕਿੱਦਾਂ ਐਗਜ਼ਿਸਟ ਕਰਦੇ ਆ, ਗੈਸਿਸ, ਲਿਕੁਇਡਸ ਐਂਡ ਸੋਲਿਡ ਫਾਰਮ ਦੇ ਵਿੱਚ ਐਗਜ਼ਿਸਟ ਕਰਦੇ ਆ। ਦੇ ਆਰ ਵੋਲੇਟਾਈਲ ਸੋਲਿਡ। ਜੇ ਉਹ ਸੋਲਿਡ ਫਾਰਮ ਦੇ ਵਿੱਚ ਹੈ ਤਾਂ ਵੋਲੇਟਾਈਲ ਸੋਲਿਡਸ ਹੈ ਔਰ ਲਿਕੁਇਡਸ ਹੈ, ਐਕਸੈਪਟ ClF ਵਿਚ ਇਜ਼ ਏ ਗੈਸ ਐਟ 298 ਕੈਲਵਿਨ ਟੈਂਪਰੇਚਰ। ਇਹਨਾਂ ਦੀਆਂ ਫਿਜ਼ੀਕਲ ਪ੍ਰੋਪਰਟੀਜ਼ ਜਿਹੜੀਆਂ ਹੈਗੀਆਂ ਉਹ ਇਹਨਾਂ ਨੂੰ ਬਣਾਉਣ ਵਾਲੇ ਕੌਨਸਟੀਟਿਊਂਟ ਹੈਲੋਜਨਸ ਦੇ ਇਨ ਬਿਟਵੀਨ ਹੁੰਦੀ ਹੈ। ਠੀਕ ਹੈ, ਐਕਸੈਪਟ ਦੈਟ ਦੀ ਮੈਲਟਿੰਗ ਐਂਡ ਬੋਇਲਿੰਗ ਪੁਆਇੰਟਸ ਆਰ ਲਿਟਲ ਹਾਇਰ ਦੈਨ ਐਕਸਪੈਕਟਿਡ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਰਿਐਕਟਿਵਿਟੀ। ਇੰਪੋਰਟੈਂਟ ਹੈ ਇਹ ਵਾਲਾ ਕੁਐਸਚਨ ਕਿ ਜਿਹੜੇ ਇੰਟਰ ਹੈਲੋਜਨ ਕੰਪਾਊਂਡਸ ਹੈਗੇ ਆ ਉਹ ਕੀ ਹੈਗੇ ਆ, ਹੈਵ ਆਲਮੋਸਟ ਸਿਮਿਲਰ
similar reactions to those of component halogens. However, these are generally more reactive than component halogens. ਇਹਨਾਂ ਨੂੰ ਬਣਾਉਣ ਵਾਲੇ ਜਿਹੜੇ ਹੈਲੋਜਨਸ ਹੈ, ਜਿਸ ਤਰ੍ਹਾਂ CLF ਬਣਾਉਣ ਵਾਲਾ ਕਲੋਰੀਨ ਤੇ ਫਲੋਰੀਨ ਹੈ ਨਾ, ਪਰ ਇਹ ਜਿਹੜੀ ਹੈਗੀ ਆ CLF ਜਿਹੜਾ ਹੈਗਾ ਕਲੋਰੀਨ ਤੇ ਫਲੋਰੀਨ ਦੇ ਨਾਲੋਂ ਜ਼ਿਆਦਾ ਰਿਐਕਟਿਵ ਹੋਊਗਾ। ਇਹਦਾ ਕੀ ਰੀਜ਼ਨ ਹੈਗਾ? ਦਿਸ ਇਜ਼ ਬਿਕੋਜ਼ ਕੋਵਲੈਂਟ ਬੌਂਡ ਬਿਟਵੀਨ ਜਿਹੜਾ ਨਾ ਦੋਵਾਂ ਦੇ ਵਿੱਚ ਕੋਵਲੈਂਟ ਬੌਂਡ ਹੈ, ਉਹ ਦੋ ਐਟਮ ਡਿਸਿਮਿਲਰ ਹੈ ਨਾ, ਇੱਕ ਕਲੋਰੀਨ ਹੈ ਤੇ ਇੱਕ ਫਲੋਰੀਨ ਹੈ, ਇੱਕ X ਹੈ ਇੱਕ X ਡੈਸ਼ ਹੈ, ਇਜ਼ ਵੀਕਰ। ਇਹ ਬੌਂਡ ਉਹਨਾਂ ਸਟਰੋਂਗ ਨਹੀਂ ਹੈਗਾ ਜਿੰਨਾ XX ਦੇ ਵਿੱਚ, ਜਿਸ ਤਰ੍ਹਾਂ ਜਿਹੜਾ ਬੌਂਡ ਹੈਗਾ CL ਸਿੰਗਲ ਬੌਂਡ CL ਜਿੰਨਾ ਸਟਰੋਂਗ ਹੈ, ਉਹਨਾਂ CL ਸਿੰਗਲ ਬੌਂਡ F ਸਟਰੋਂਗ ਨਹੀਂ ਹੈਗਾ। ਠੀਕ ਹੈ, CL-F bond is weaker than the bond between CL except fluorine bond ਜਿਹੜਾ ਹੈਗਾ ਉਹ ਵੀਕ ਹੈ। ਬਾਕੀ ਸਾਰੇ ਕੇਸਿਸ ਦੇ ਵਿੱਚ XX bond ਸਟਰੋਂਗ ਹੁੰਦਾ ਹੈ। ਦਿਸ ਇਜ਼ ਡਿਊ ਟੂ ਦੀ ਫੈਕਟ ਦੈਟ ਓਵਰਲੈਪਿੰਗ ਆਫ ਓਰਬਿਟਲਸ ਆਫ ਟੂ ਡਿਸਿਮਿਲਰ ਐਟਮਸ ਇਜ਼ ਲੈਸ ਇਫੈਕਟਿਵ। ਜਿਹੜੀ ਮਤਲਬ X ਤੇ X ਡੈਸ਼ ਹੈ, ਇੱਕ CL ਹੈ ਤੇ ਇੱਕ F ਹੈ, ਕਲੋਰੀਨ ਦੇ ਓਰਬਿਟਲਸ ਤੇ ਫਲੋਰੀਨ ਦੇ ਓਰਬਿਟਲਸ ਆਪਸ ਵਿੱਚ ਓਵਰਲੈਪਿੰਗ ਸਟਰੋਂਗ ਨਹੀਂ ਹੋਏਗੀ। dissimilar atom है ना, overlapping of orbitals of two dissimilar atoms is less effective than the overlapping of orbitals of similar atoms। ਤਾਂ ਇਸ ਕਰਕੇ ਕਿਉਂਕਿ ਇਹਨਾਂ ਦੀ ਫਿਰ ਆਪਣੇ ਕੋਲ ਕੀ ਹੈਗਾ, ਓਵਰਲੈਪਿੰਗ ਸਟਰੋਂਗ ਨਹੀਂ ਹੈਗੀ, ਇਸ ਕਰਕੇ ਇਹਨਾਂ ਦੇ ਵਿੱਚ ਜਿਹੜਾ ਬੌਂਡ ਹੈ X ਤੇ X ਡੈਸ਼ ਦੇ ਵਿੱਚ ਉਹ ਜ਼ਿਆਦਾ ਸਟਰੋਂਗ ਨਹੀਂ ਹੋਏਗਾ। ਠੀਕ ਹੈ, ਤਾਂ ਇਸ ਕਰਕੇ ਇਹਨਾਂ ਦੇ ਵਿੱਚ ਜਿਹੜੀ ਹੈਗੀ ਹੈ ਉਹ ਓਵਰਲੈਪਿੰਗ ਲੈਸ ਇਫੈਕਟਿਵ ਹੋਏਗੀ ਅਤੇ ਇਹ ਬੌਂਡ ਜ਼ਿਆਦਾ ਸਟਰੋਂਗ ਨਹੀਂ ਹੋਏਗਾ, ਅਤੇ ਇਸ ਕਰਕੇ ਇਸ ਬੌਂਡ ਨੂੰ ਤੋੜਨਾ ਈਜ਼ੀ ਹੋਏਗਾ, ਜ਼ਿਆਦਾ ਐਨਰਜੀ ਨਹੀਂ ਦੇਣੀ ਪਏਗੀ। ਸੋ ਬੌਂਡ ਡਿਸੋਸੀਏਸ਼ਨ ਐਂਥੈਲਪੀ ਆਫ X ਡੈਸ਼ ਬੌਂਡ ਇਜ਼ ਲੈਸ ਦੈਨ ਦਾ ਬੌਂਡ ਡਿਸੋਸੀਏਸ਼ਨ ਐਂਥੈਲਪੀ ਆਫ X2 ਐਂਡ X2 ਡੈਸ਼। ਠੀਕ ਹੈ, ਤਾਂ ਇਹਨਾਂ ਰੀਜ਼ਨਸ ਦੇ ਕਰਕੇ ਇਹ ਕੁਐਸਚਨ ਕਾਫੀ ਵਾਰ ਪੇਪਰ ਦੇ ਵਿੱਚ ਆਇਆ, ਵਾਈ ਇੰਟਰ ਹੈਲੋਜਨਸ ਆਰ ਮੋਰ ਰਿਐਕਟਿਵ ਦੈਨ ਕੌਨਸਟੀਟਿਊਐਂਟ ਹੈਲੋਜਨਸ। ਉਸ ਤੋਂ ਬਾਅਦ ਆਪਣੇ ਕੋਲ ਆ ਗਿਆ ਫਲੋਰੀਨੇਟਿੰਗ ਏਜੰਟਸ। Most of interhalogens containing fluorine act as powerful fluorinating agents। ਜਿੰਨਾ ਇੰਟਰਹੈਲੋਜਨ ਕੰਪਾਊਂਡਸ ਦੇ ਕੋਲ ਮਤਲਬ ਫਲੋਰੀਨ ਹੁੰਦੀ ਹੈ ਨਾ, ਉਹ ਫਲੋਰੀਨੇਟਿੰਗ ਏਜੰਟ ਦਾ ਕੰਮ ਕਰਦੀ ਹੈ। ਮਤਲਬ ਫਲੋਰੀਨ ਦੂਜੇ ਨਾਲ ਐਡ ਕਰ ਦਿੰਦੇ ਆ, ਜਿਹਦੇ ਨਾਲ ਰਿਐਕਟ ਕਰਦੇ ਆ, ਜਿਸ ਤਰ੍ਹਾਂ ਟੰਗਸਟਨ W ਪਲੱਸ ਇੰਟਰਹੈਲੋਜਨ ਕੰਪਾਊਂਡ ਕਿਹੜਾ ਹੈਗਾ CLF ਹੈਗਾ, ਤਾਂ ਇਹ ਫਲੋਰੀਨੇਸ਼ਨ ਦਾ ਕੰਮ ਕਰੂਗਾ। ਫਲੋਰੀਨ ਟੰਗਸਟਨ ਦੇ ਨਾਲ ਐਡ ਹੋ ਜੂਗੀ ਤਾਂ ਕੀ ਬਣ ਜੂਗਾ ਆਪਣੇ ਕੋਲ ਟੰਗਸਟਨ ਹੈਕਸਾਫਲੋਰਾਈਡ ਪਲੱਸ ਕਲੋਰੀਨ। ਇਸੇ ਤਰ੍ਹਾਂ ਸਿਲੀਨੀਅਮ ਨਾਲ, ਮੈਗਨੀਸ਼ੀਅਮ ਆਕਸਾਈਡ ਨਾਲ, ਸਾਰਿਆਂ ਦੇ ਨਾਲ ਫਲੋਰੀਨ ਜਿਹੜੀ ਹੈਗੀ ਹੈ ਐਡ ਹੋ ਜੂਗੀ। ਇਹਨੂੰ ਆਪਾਂ ਕਹਿੰਦੇ ਆ ਇੰਟਰਹੈਲੋਜਨਸ ਕੰਪਾਊਂਡਸ ਨੂੰ ਆਪਾਂ ਕੀ ਕਹਿੰਦੇ ਆ ਫਲੋਰੀਨੇਟਿੰਗ ਏਜੰਟਸ, ਮਤਲਬ ਦੂਜੇ ਨੂੰ ਫਲੋਰੀਨੇਟ ਕਰ ਦਿੰਦੇ ਆ। ਜੇ ਆਪਾਂ ਇਹਨਾਂ ਦੀ ਵਾਟਰ ਦੇ ਨਾਲ ਰਿਐਕਸ਼ਨਸ ਕਰਾ ਦਈਏ, ਹਾਈਡਰੋਲਿਸਿਸ ਕਰਾ ਦਈਏ, ਤਾਂ ਕੀ ਹੋਊਗਾ, ਕੀ ਬਣ ਜੂਗਾ, ਇੱਕ ਤਾਂ ਹੈਲਾਈਡਾਈਨ ਬਣ ਜੂਗਾ। ਹੈਲਾਈਡਾਈਨ ਕਿਹਦਾ ਬਣੂਗਾ, ਜਿਹੜਾ ਐਟਮ ਛੋਟਾ ਵਾ, ਜਿਵੇਂ ਆਪਣੇ ਕੋਲ ICL ਪਲੱਸ ਵਾਟਰ, ਤਾਂ ਛੋਟਾ CL ਹੈ ਨਾ, ਤਾਂ ਉਹਦੇ ਤੋਂ ਆਪਣੇ ਕੋਲ ਹੈਲੋਜਨ ਐਸਿਡ ਬਣ ਜੂਗਾ HCl। ਠੀਕ ਹੈ, ਤਾਂ ਦੂਸਰਾ ਆਪਣੇ ਕੋਲ ਬਣ ਜੂਗਾ ਹਾਈਪੋਹੈਲਾਈਟ HOX। ਇੱਥੇ ਕਿਹੜਾ ਬਣ ਜੂਗਾ, ਜਿਹੜਾ ਵੱਡਾ ਵਾ I ਵੱਡਾ ਨਾ, HOI ਹਾਈਪੋਹੈਲਸ ਐਸਿਡ। ਇਸੇ ਤਰ੍ਹਾਂ BrF5 ਪਲੱਸ ਵਾਟਰ, ਜਿਹੜਾ ਛੋਟਾ ਉਹ ਤਾਂ ਹੈਲੋਜਨ ਐਸਿਡ HF ਬਣਾ ਦੂਗਾ, ਜਿਹੜਾ ਵੱਡਾ ਉਹ ਹੈਲਸ ਐਸਿਡ ਬਣਾਊਗਾ HBrO3। ਠੀਕ ਹੈ, ਉਸ ਤੋਂ ਬਾਅਦ ਆਪਣੇ ਕੋਲ ਆ ਗਈ ਆਇਨਾਈਜੇਸ਼ਨ। ਇੰਟਰਹੈਲੋਜਨ ਕੰਪਾਊਂਡਸ ਆਰ ਪਾਰਸ਼ਲੀ ਆਇਨਾਈਜ਼ਡ। ਇਹ ਮਤਲਬ ਥੋੜ੍ਹੇ ਜਿਹੇ ਆਇਨਾਈਜ਼ ਹੁੰਦੇ ਆ ਇਨ ਦੀ ਸੋਲਿਊਸ਼ਨ ਔਰ ਇਨ ਲਿਕੁਇਡ ਸਟੇਟ। ਫੋਰ ਐਗਜ਼ਾਮਪਲ ICL, ਫਿਊਜ਼ਡ ICL ਅਤੇ ICL5 ਜਿਹੜੇ ਹੈਗੇ ਆ, ਇਹਨਾਂ ਦੀ ਕੀ ਹੈਗੀ ਆ, ਇਹਨਾਂ ਦੀ ਆਪਣੀ ਕੋਲ ਕੰਡਕਟੈਂਸ ਜਿਹੜੀ ਹੈਗੀ ਆ ਉਹ ਕਿੰਨੀ ਹੈਗੀ ਆ 10⁻⁻। ਇਹ ਤੁਸੀਂ ਰਹਿਣ ਦਿਓ ਲਰਨ ਕਰਨ ਨੂੰ, ਬਸ ਇਹ ਪਾਰਸ਼ਲੀ ਆਇਨਾਈਜ਼ ਡਬਲ ਐਰੋ ਲੱਗਿਆ ਨਾ, ਇਹਦਾ ਮਤਲਬ ਇਹ ਰਿਐਕਸ਼ਨ ਫੋਰਵਰਡ ਵੀ ਹੋ ਸਕਦੀ ਹੈ, ਬੈਕਵਰਡ ਵੀ ਹੋ ਸਕਦੀ ਹੈ। ICL ਡਿਸੋਸੀਏਟ ਹੋ ਜਾ ਕੇ ਆਇਨਾਈਜ਼ ਹੋ ਕੇ ਕੀ ਬਣਾਊਗਾ I ਨੈਗੇਟਿਵ ਅਤੇ ICl2 ਨੈਗੇਟਿਵ। ICl3 ਕੀ ਬਣਾਊਗਾ ICl2 ਪੋਜ਼ੀਟਿਵ ਅਤੇ ICl4 ਨੈਗੇਟਿਵ। ਤਾਂ ਇਹ ਆਪਣੇ ਕੋਲ ਆ ਗਈ ਆਇਨਾਈਜੇਸ਼ਨ।
ਨੈਕਸਟ ਆ ਗਿਆ ਰਿਐਕਸ਼ਨ ਵਿਦ ਅਲਕਲੀ ਮੈਟਲ ਹੈਲਾਈਡਸ ICl + KCl, ਤਾਂ ਇਹ ਕੀ ਬਣਾਉਣਗੇ ਪੋਲੀ ਹੈਲਾਈਡਸ, ਕੀ ਬਣ ਜੂਗਾ K+, ਠੀਕ ਹੈ। ਤਾਂ ਨਾਲ ਕੀ ਆ ਜੂਗਾ ICl2 ਨੈਗੇਟਿਵ, ICl2 + KCl ਕੀ ਬਣ ਜੂਗਾ K + ICl4 ਨੈਗੇਟਿਵ। ਬਸ ਇਹ ਦੋ ਹੀ ਸਿੰਪਲਸ ਕਰ ਲਿਓ। ਉਸ ਤੋਂ ਬਾਅਦ ਆਕਸੀਡਾਈਜ਼ਿੰਗ ਏਜੰਟਸ, ਇੰਟਰ ਹੈਲੋਜਨ ਕੰਪਾਊਂਡਸ ਐਕਟ ਐਜ਼ ਸਟਰੋਂਗ ਆਕਸੀਡਾਈਜ਼ਿੰਗ ਏਜੰਟਸ। ਥਰਮਲ ਸਟੇਬਿਲਿਟੀ, ਇਹ ਡਿਪੈਂਡ ਕਰਦੀ ਹੈ ਕਿ ਜਿਹੜੇ ਆਈਟਮ ਆਪਸ ਵਿੱਚ ਕੰਬਾਈਨ ਕੀਤੇ ਹੈ ਉਹਨਾਂ 'ਚ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਕਿੰਨਾ ਹੈਗਾ। ਜਿਸ ਤਰ੍ਹਾਂ IF ਦੇ ਵਿੱਚ ਸਭ ਤੋਂ ਜ਼ਿਆਦਾ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਹੈਗਾ। ਦਾ ਥਰਮਲ ਸਟੇਬਿਲਿਟੀ ਆਫ AX ਟਾਈਪ ਇੰਟਰ ਹੈਲੋਜਨ ਡਿਫਰੈਂਸਿਸ ਜਿਹੜੀ ਹੈਗੀ ਹੈ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ 'ਤੇ ਡਿਪੈਂਡ ਕਰਦਾ। ਤਾਂ ਇਹ ਆਪਣੀ ਕੋਲ ਸਟੇਬਿਲਿਟੀ ਜਿਹੜੀ ਹੈ ਡਿਕਰੀਜ਼ ਹੁੰਦੀ ਜਾਂਦੀ ਹੈ, ਜਿੰਨੀ ਆਪਣੀ ਕੋਲ ਇਲੈਕਟ੍ਰੋਨੈਗੇਟਿਵਿਟੀ ਡਿਫਰੈਂਸ ਡਿਕਰੀਜ਼ ਹੁੰਦਾ ਉਨੀ ਥਰਮਲ ਸਟੇਬਿਲਿਟੀ ਵੀ ਕੀ ਹੁੰਦੀ ਹੈ ਡਿਕਰੀਜ਼ ਹੁੰਦੀ ਹੈ। IF ਜਿਹੜਾ ਹੈਗਾ IF ਦੇ ਵਿੱਚ ਆਇਓਡੀਨ ਅਤੇ ਫਲੋਰੀਨ ਦੀ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ 1.5 ਹੈ, ਤਾਂ ਇਹ ਡਿਕਰੀਜ਼ ਹੋ ਰਹੀ ਹੈ। BRF ਬਰੋਮੀਨ ਅਤੇ ਫਲੋਰੀਨ ਵਿੱਚ ਇਲੈਕਟ੍ਰੋਨੈਗੇਟਿਵਿਟੀ ਦਾ ਡਿਫਰੈਂਸ ਜਿਹੜਾ ਹੈਗਾ ਉਹ 1.2 ਹੈ। CLF ਦੇ ਵਿੱਚ 1 ਹੈ, ICl ਦੇ ਵਿੱਚ। ਤਾਂ ਇਹ ਆਪਣੀ ਕੋਲ ਜਿੰਨੀ ਮਤਲਬ ਇਲੈਕਟ੍ਰੋਨੈਗੇਟਿਵਿਟੀ ਡਿਕਰੀਜ਼ ਹੋ ਰਹੀ ਹੈ ਡਿਫਰੈਂਸ, ਉਨੀ ਥਰਮਲ ਸਟੇਬਿਲਿਟੀ ਜਿਹੜੀ ਹੈਗੀ ਹੈ ਉਹ ਵੀ ਡਿਕਰੀਜ਼ ਹੁੰਦੀ ਹੈ, ਠੀਕ ਹੈ। ਨੈਕਸਟ ਵੈਰੀ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਹੈ ਉਹ ਕੀ ਹੈਗੀ ਹੈ, ਇਹਨਾਂ ਦੀਆਂ ਸਟਰਕਚਰਸ ਆਫ ਕਾਮਨ ਇੰਟਰ ਹੈਲੋਜਨ ਕੰਪਾਊਂਡਸ। ਤਾਂ ਇਹ ਇੰਟਰ ਹੈਲੋਜਨ ਕੰਪਾਊਂਡਸ ਜਿਹੜੇ ਹੈਗੇ ਆ ਉਹ ਨਿਊਟਰਲ ਵੀ ਹੋ ਸਕਦੇ ਆ। ਨਿਊਟਰਲ ਜਿਹੜੇ ਹੋਣਗੇ XX-3, XX-5, XX-7। ਤਾਂ ਆਪਾਂ ਪਹਿਲਾਂ ਨਿਊਟਰਲ ਦੀਆਂ ਸਟਰਕਚਰਸ ਕਰਾਂਗੇ। ਤਾਂ ਆਪਣੇ ਕੋਲ ਸਭ ਤੋਂ ਪਹਿਲਾਂ ਕਿਹੜਾ ਹੈਗਾ XX-3। ਇਹਦੇ ਵਿੱਚ ਤੁਸੀਂ ਕੀ ਦੱਸਣਾ ਹੋਊਗਾ, ਹਾਈਬ੍ਰਿਡੇਸ਼ਨ ਦੱਸਣੀ ਹੋਊਗੀ। ਸੈਂਟਰ ਜਿਵੇਂ ਆਪਣੇ ਕੋਲ XX-3 ਹੈ ਨਾ, ਤਾਂ ਇਹਦੇ ਵਿੱਚ ਜਿਹੜਾ X ਹੈ ਉਹ ਸੈਂਟਰਲ ਐਟਮ ਹੋ ਗਿਆ, ਸੈਂਟਰਲ ਹੈਲੋਜਨ ਐਟਮ ਹੋ ਗਿਆ। ਜਿਸ ਤਰ੍ਹਾਂ CLF3 ਹੈ, XCl ਹੋ ਗਿਆ, X- ਕੀ ਹੋ ਗਿਆ ਫਲੋਰੀਨ ਹੋ ਗਿਆ। ਤਾਂ ਫਲੋਰੀਨ ਦੇ 3 ਐਟਮ ਹੈਗੇ ਆ, ਠੀਕ ਹੈ। ਤਾਂ ਇਹਦੇ ਵਿੱਚ ਹਾਈਬ੍ਰਿਡੇਸ਼ਨ sp3d ਹੋਊਗੀ। ਹੋ ਕੇ ਇਹ ਜਿਹੜਾ Cl ਹੈ ਉਹ ਸੈਂਟਰਲ ਐਟਮ ਹੋਊਗਾ ਜਿਹੜਾ ਸਿੰਗਲ ਹੈ, ਠੀਕ ਹੈ। ਤਾਂ ਇਹਦੀ ਆਪਾਂ ਤੁਸੀਂ ਕਲੋਰੀਨ ਦੀ ਇਲੈਕਟ੍ਰੋਨਿਕ ਕਨਫੀਗਰੇਸ਼ਨ ਲਿਖੋ। ਪਹਿਲਾਂ ਕਲੋਰੀਨ ਦੀ ਕੀ ਹੈਗੀ ਹੈ 3s2 3p5। 3 ਆਪਾਂ ਨੂੰ ਅਨਪੇਅਰਡ ਇਲੈਕਟ੍ਰੋਨ ਚਾਹੀਦੀ ਹੈ। ਤਾਂ ਇਹਦਾ ਜਿਹੜਾ ਇੱਕ 3p ਵਾਲਾ ਸੈਂਟਰ ਵਾਲਾ ਜਿਹੜਾ ਹੈਗਾ ਉਹ ਇਲੈਕਟ੍ਰੋਨ ਇੱਕ 3d ਵਿੱਚ ਚਲਾ ਜਾਊਗਾ। 3 ਅਨਪੇਅਰਡ ਇਲੈਕਟ੍ਰੋਨ ਹੋ ਗਏ। ਤਾਂ ਹੁਣ ਆਪਣੇ ਕੋਲ ਜਿਹੜੇ 3 ਅਨਪੇਅਰਡ ਇਲੈਕਟ੍ਰੋਨ ਹੋ ਗਏ ਉਹ 3 ਫਲੋਰੀਨ ਦੇ ਨਾਲ ਸਿੰਗਲ ਬੌਂਡ ਬਣਾ ਲੈਣਗੇ, ਕਿਉਂਕਿ ਫਲੋਰੀਨ ਨੂੰ ਇੱਕ ਹੀ ਇਲੈਕਟ੍ਰੋਨ ਚਾਹੀਦਾ ਨਾ। ਤਾਂ ਉਹ ਕੀ ਕਰੂਗੇ, ਠੀਕ ਹੈ। ਤਾਂ ਕਲੋਰੀਨ ਦੇ ਇੱਕ ਇਲੈਕਟ੍ਰੋਨ ਪ੍ਰਮੋਟ ਹੋ ਜਾਊਗਾ, 3d ਵਿੱਚ ਚਲਾ ਜਾਊਗਾ। ਤਾਂ ਦੇਖੋ ਆਪਣੇ ਕੋਲ 3 ਇਲੈਕਟ੍ਰੋਨ ਫਲੋਰੀਨ ਦੇ ਜਿਹੜੇ 3 ਫਲੋਰੀਨ ਜਿਹੜੇ ਹੈਗੇ 3 ਇਲੈਕਟ੍ਰੋਨ ਸ਼ੇਅਰ ਕਰਨਗੇ। ਤਾਂ ਹਾਈਬ੍ਰਿਡੇਸ਼ਨ ਦੇਖੋ ਕਿਹੜੀ ਹੋ ਗਈ sp3d ਹਾਈਬ੍ਰਿਡੇਸ਼ਨ ਹੋ ਗਈ। Cl ਦੇ ਆਪਣੇ ਕੋਲ 5 ਔਰਬਿਟਲ ਹੋ ਗਏ ਨਾ। ਤਾਂ 3 ਤਾਂ ਫਲੋਰੀਨ ਦੇ ਨਾਲ ਸ਼ੇਅਰ ਕਰਦੇ ਆ, 2 ਜਿਹੜੇ ਹੈਗੇ ਉਹ ਲੋਨ ਪੇਅਰ। ਦੇਖੋ ਡਾਇਗਰਾਮ ਦੇਖੋ, ਕਲੋਰੀਨ ClF3। ਤਾਂ 5 ਔਰਬਿਟਲ ਹੈ, 3 ਬੌਂਡ ਤਾਂ ਬਣ ਗਏ ਫਲੋਰੀਨ ਨਾਲ, 3 ਬੌਂਡ ਤਾਂ ਫਲੋਰੀਨ ਨਾਲ ਬਣ ਗਏ, ਠੀਕ ਹੈ। ਤਾਂ ਇਹ 2 ਇਲੈਕਟ੍ਰੋਨ ਪੇਅਰ ਜਿਹੜੇ ਇਹ ਵਾਲੇ ਪਏ ਆ, ਇੱਕ ਇਲੈਕਟ੍ਰੋਨ ਪੇਅਰ ਦੂਸਰਾ ਇਲੈਕਟ੍ਰੋਨ ਪੇਅਰ, ਠੀਕ ਹੈ। ਤਾਂ ਇਹਦੀ ਜਿਹੜੀ ਹੈਗੀ ਆਪਣੇ ਕੋਲ ਇਹਦੀ ਹਾਈਬ੍ਰਿਡੇਸ਼ਨ ਹੋ ਗਈ sp3d ਹਾਈਬ੍ਰਿਡੇਸ਼ਨ ਹੋ ਗਈ, ਓਕੇ। ਤਾਂ ਇਹ ਜਿਹੜੀ ਸਟਰਕਚਰ ਹੈਗੀ ਹੈ ਇਹਦੀ ਸਟਰਕਚਰ ਨੂੰ ਆਪਾਂ ਕਹਾਂਗੇ ਟੀ ਸ਼ੇਪ ਸਟਰਕਚਰ, ਠੀਕ ਹੈ।
स्ट्रक्चर टी शेप होगी। जिहड़ी जोमैट्री है जोमैट्री होगी ट्राईगोनल बाई पिरामिडल। ओके, ਤਾਂ ਇਹ ਆਪਣੇ ਕੋਲ ਤੁਸੀਂ ਇਹਦੇ ਵਿੱਚ ਕੀ ਕੁਛ ਲਿਖਣਾ ਹੋਊਗਾ, ਤੁਸੀਂ ਇਹਦੇ ਵਿੱਚ ਲਿਖਣਾ ਹੋਊਗਾ ਜਿਓਮੈਟਰੀ ਟਰਾਈਗੋਨਲ ਬਾਈ ਪਿਰਾਮਿਡਲ, ਹਾਈਬ੍ਰਿਡੇਸ਼ਨ sp3d, ਸਟਰਕਚਰ ਲਿਖਣੀ ਹੋਊਗੀ ਟੀ ਸ਼ੇਪ, ਅਤੇ ਇਹ ਤੁਸੀਂ ਇਲੈਕਟ੍ਰੋਨਿਕ ਕਨਫੀਗਰੇਸ਼ਨ ਡਰਾ ਕਰਨੀ ਹੋਊਗੀ, ਅਤੇ ਆਪਣੇ ਕੋਲ ਇਹਦੀ ਸਟਰਕਚਰ ਡਰਾ ਕਰਨੀ ਹੋਊਗੀ ਜੇ ਤੁਹਾਨੂੰ ਇਹਦੀ ਸਟਰਕਚਰ ਆ ਜਾਂਦੀ ਹੈ ਪੇਪਰ ਵਿੱਚ। ਇਹ ਤਾਂ ਹੋ ਗਿਆ XX-3। ਹੁਣ ਆ ਗਿਆ XX-5। ਇਹਦੇ ਵਿੱਚ ਕਿਹੜੀ ਹਾਈਬ੍ਰਿਡੇਸ਼ਨ ਹੁੰਦੀ ਹੈ sp3d2। ਸੈਂਟਰਲ ਹੈਲੋਜਨ ਐਟਮ ਦੀ ਹਾਈਬ੍ਰਿਡੇਸ਼ਨ sp3d2 ਹੁੰਦੀ ਹੈ। ਤਾਂ ਇਹਦੀ ਮੋਲੀਕਿਊਲ ਦੀ ਜਿਓਮੈਟਰੀ ਜਿਹੜੀ ਉਹ ਕਿੱਦਾਂ ਦੀ ਹੋਊਗੀ, ਓਕਟਾਹੈਡਰਲ ਜਿਓਮੈਟਰੀ ਵਿਦ 1 ਪੋਜੀਸ਼ਨ ਆਕੂਪਾਈਡ ਬਾਈ ਅ ਲੋਨ ਪੇਅਰ ਆਫ ਇਲੈਕਟ੍ਰੋਨਸ। ਤਾਂ ਇਹਨੂੰ ਆਪਾਂ ਸਕੇਅਰ ਪਿਰਾਮਿਡਲ ਸਟਰਕਚਰ ਕਹਾਂਗੇ। ਦੇਖੋ ਨੈਕਸਟ ਆਪਾਂ एग्जाम्पल दी हुई है IF5। आयोडीन के बेटे 5s2 5p5। तो आपां किन्ने 5 आपां नूं चाहिए है ना, 5 इलैक्ट्रॉन अनपेड चाहिए है। तो ये 2 इलैक्ट्रॉन जोड़े हैगे है, देखो तुसीं इहदे विच 2 इलैक्ट्रॉन, एक ए वाला तो एक ए वाला, ये 2 इलैक्ट्रॉन प्रमोट हो जाएंगे डी दे विच 5d दे विच। ठीक है, तो ये अपने को हुण कितने अनपेड इलैक्ट्रॉन आ गए 1 2 3 4 5। तो ये 5 हो गए। ये 5 जोड़े हैगे 5 इलैक्ट्रॉन 5 फ्लोरीन के इलैक्ट्रॉन्स के नाल शेयरिंग करनगे। तो ये अपने को की बन जूगी, देखो S हाइब्रिडेशन होगी sp3d2 sp3d2 हाइब्रिडेशन होगी। तो यदि डायग्राम किद्दां दी होगी, 5 तो शेयरिंग हो गई ना, तो 5 फ्लोरीन हो गए। ठीक है, ऑक्टाहेड्रल स्ट्रक्चर होगी, 5 फ्लोरीन नाल शेयरिंग हो गई। ऑक्टाहेड्रल 6 पोजीशन होंदी है, तो 6वीं पोजीशन ते की आ गया अपने कोल अनपेयर्ड इलैक्ट्रॉन, जिहड़ा अनपेयर्ड इलैक्ट्रॉन वाला एक पेयर, जिहड़ा अनपेयर्ड इलैक्ट्रॉन वाला पेयर। ठीक है, ए वाला ये 6वां ए आ गया। ठीक है, तो नैक्सट अपने को आ गया XX-7 XX-7। तो XX-7 का की मतलब है, जिस तरह अपने तुसी इहदे विच हाइब्रिडेशन होगी sp3d2 होगी। तो ये जी जोमैट्री हैगी है वो होगी ऑक्टाहेड्रल होगी, तो स्ट्रक्चर किहड़ी होगी स्केयर पिरामिडल। उस तो बाद आप एक पोजीशन लोन पेयर ने रखी हुई है, घेरी हुई है। तो नैक्सट आ गया XX-, यदि sp3d3 मतलब इहदे नाल 7 इलैक्ट्रॉन चाहिए है ना, तो ये फिर सारे जोड़े इलैक्ट्रॉन है वो प्रमोट हो जाएंगे डी दे विच, 5s वाला भी 5p वाले भी, 3 इलैक्ट्रॉन 5d चले जाएंगे। ठीक है, तो ये अपने को 7 अनपेयर्ड इलैक्ट्रॉन हो गए हुण अपने को। तो ये जोड़े 7 इलैक्ट्रॉन हो गए अपने को, तो ये 7 फ्लोरीन के नाल शेयरिंग करनगे, 7 बॉन्ड्स विद फ्लोरीन। ये आयोडीन की हैगी IF7 की हैगी है। तो ये देखो हाइब्रिडेशन देखो sp3d3, किहड़ी हाइब्रिडेशन होगी sp3d3, डी के 5 ऑर्बिटल होंगे ना, D3 होगी। तो यदि स्ट्रक्चर किद्दां दी होगी, यदि अपने कोल की आ जाऊगी स्ट्रक्चर जिहड़ी हैगी है मोलीक्यूल की स्ट्रक्चर आ जाऊगी पेंटागोनल बाई पिरामिडल। जिहड़ी आ जाऊगी पेंटागोनल 5 हो गए, ऊपर नीचे एक हो गया पेंटागोनल बाई पिरामिडल स्ट्रक्चर ऑफ IF7। तो तुसीं इन्नियां करो, बाकी आपां बेटे जिहड़े आयन्स सवेरे करांगे, ये इंटर हैलोजन मोलीक्यूल्स हो गए ना, आयन्स कल नूं करांगे। तुसीं इन्ना काम ड्रा करो स्ट्रक्चर्स इन्हां दियां, मैनूं ड्रा करके कॉपी ते सारियां स्ट्रक्चर्स तुसीं चैक करानियां, सारियां हाइब्रिडेशन स्ट्रक्चर जोमैट्री स्ट्रक्चर्स भी ड्रा करनी है, इलैक्ट्रॉनिक कन्फिगरेशन भी ड्रा करनी है। तो हाइब्रिडेशन दसनी है, जोमैट्री दसनी है, स्ट्रक्चर दसनी है, ये सारी मोलीक्यूल्स जिहड़े आपां कर ली। कल आपां आयन्स करांगे।